ਐਮਰਜੈਂਸੀ ਬੁਲੇਟਿਨ ਦੇ ਵਿੱਚ ਅੱਜ ਜਿਹੜਾ ਮਲੋਟ ਦੇ ਵਿੱਚ ਬੀਜੇਪੀ ਵਿਧਾਇਕ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ, ਖਿੱਚਤੂ ਕੀਤੀ ਗਈ ਹੈ। ਉਸ ਮਸਲੇ ਨਾਲ ਜੁੜੀਆਂ ਕਈ ਖਬਰਾਂ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਲਾਦੇਸ਼ ਵਿੱਚ ਗਏ ਨੇ। ਕਹਿੰਦੇ ਬੰਗਲਾਦੇਸ਼ ਦੀ ਆਜ਼ਾਦੀ 'ਚ ਮੈਂ ਵੀ ਯੋਗਦਾਨ ਪਾਇਆ ਸੀ, ਤਾਂ ਉਹਨਾਂ ਦਾ ਝੂਠ ਕਿਹਨੇ ਫੜਿਆ ਹੈ। ਤੇ ਦੂਸਰੇ ਪਾਸੇ ਬੰਗਲਾਦੇਸ਼ ਦੇ ਵਿੱਚ ਮੋਦੀ ਦਾ ਵਿਰੋਧ ਵੀ ਬਹੁਤ ਤਿੱਖਾ ਹੋਇਆ। ਮੋਦੀ ਇਜ਼ ਅ ਟੈਰਰਿਸਟ ਦੇ ਜਿਹੜੇ ਹੱਥਾਂ ਦੇ ਵਿੱਚ ਸਲੋਗਨ ਫੜ ਕੇ ਉੱਥੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਵਿਰੋਧ ਕੀਤਾ, ਪਰ ਉਹ ਮੀਡੀਆ ਨੇ ਨਹੀਂ ਦਿਖਾਇਆ। ਅਸੀਂ ਤੁਹਾਨੂੰ ਪੂਰੀ ਖਬਰ ਦੱਸਾਂਗੇ। ਤੇ ਮਿਆਂਮਾਰ ਦੇ ਵਿੱਚ ਕੀ ਹਾਲਾਤ ਨੇ ਇਸ ਵਕਤ, 100 ਲੋਕਾਂ ਨੂੰ ਇੱਕ ਦਿਨ ਦੇ ਵਿੱਚ ਉੱਥੇ ਫੌਜ ਨੇ ਮਾਰ ਦਿੱਤਾ ਹੈ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਸਭ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਵਿੱਚ ਬੀਜੇਪੀ ਵਿਧਾਇਕ ਦੀ ਖਿੱਚਤੂ ਦਾ ਜਿਹੜਾ ਮਾਮਲਾ ਹੈ ਉਹਦੇ ਨਾਲ ਜੁੜੀਆਂ ਕਾਫੀ ਸਾਰੀਆਂ ਅਪਡੇਟਸ ਨੇ। ਮਲੋਟ ਦੀ ਸਿਟੀ ਪੁਲਿਸ ਨੇ ਵਿਧਾਇਕ ਅਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਜਿਹੜੀ ਝੜਪ ਹੋਈ ਹੈ ਉਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਲਖਨਪਾਲ ਸ਼ਰਮਾ ਉਰਫ ਲੱਖਾ, ਪਿੰਡ ਆਲਮਵਾਲਾ, ਸੁਖਦੇਵ ਸਿੰਘ ਬੂੜਾ ਗੁੱਜਰ, ਨਿਰਮਲ ਸਿੰਘ ਜੱਸਿਆਣਾ, ਨਾਨਕ ਸਿੰਘ ਫੱਕਰਸਰ, ਕੁਲਵਿੰਦਰ ਸਿੰਘ ਦਾਨੇਵਾਲਾ, ਰਾਜਵਿੰਦਰ ਸਿੰਘ ਜੰਡਵਾਲਾ, ਅਵਤਾਰ ਸਿੰਘ ਫੱਕਰਸਰ ਸਮੇਤ 250 ਤੋਂ ਲੈ ਕੇ 300 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲੇ ਦਰਜ ਕਰ ਲਏ ਨੇ। ਤੇ ਇਹ ਕੇਸ ਨੇ ਜਿਹੜੇ ਧਾਰਾ 307, 353, 186, 188, 332, 342, 506, 148 ਤੇ 149 ਤਹਿਤ ਦਰਜ ਕੀਤੇ ਨੇ। ਘਟਨਾ ਦੌਰਾਨ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਐਸਪੀਐਚ ਗੁਰਮੇਲ ਸਿੰਘ ਤੇ ਅੱਧੀ ਦਰਜਨ ਹੋਰ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ। ਇਸ ਘਟਨਾ ਤੋਂ ਬਾਅਦ ਬੀਜੇਪੀ ਦੇ ਵਫਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਹੈ, ਜਦਕਿ ਪੰਜਾਬ ਪੁਲਿਸ ਨੇ ਦਾਅਵਾ ਕਰ ਦਿੱਤਾ ਹੈ ਕਿ ਇਸ ਮਾਮਲੇ ਦੇ ਵਿੱਚ ਅਸੀਂ 300 ਅਣਪਛਾਤੇ ਲੋਕਾਂ ਦੇ ਖਿਲਾਫ ਅਤੇ ਕੁਝ ਕਿਸਾਨ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਦੇ ਵਿੱਚ ਵਫਦ ਹੈ ਜਿਹੜਾ ਬੀਜੇਪੀ ਦਾ, ਉਹ ਰਾਜਪਾਲ ਵੀਪੀ ਸਿੰਘ ਬਦਨੌਰ ਨੂੰ ਮਿਲਿਆ। ਵਫਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਵਿਧਾਇਕ ਨਾਲ ਹੋਈ ਮਾਰ-ਕੁੱਟ ਦੇ ਮਾਮਲੇ ਦੇ ਵਿੱਚ ਆਪਣਾ ਵਿਰੋਧ ਦਰਜ ਕਰਵਾਇਆ ਤੇ ਸੂਬੇ ਵਿੱਚ ਵਿਗੜਦੀ ਹੋਈ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਦਾਰ ਦੱਸਿਆ ਤੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਘਟਨਾ ਨਾਲ ਕੱਲਾ ਵਿਧਾਇਕ ਬੀਜੇਪੀ ਦਾ ਨਗਨ ਨਹੀਂ ਹੋਇਆ, ਬਲਕਿ ਪੂਰੀ ਵਿਧਾਨ ਸਭਾ ਨਗਨ ਹੋ ਗਈ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਵਿਧਾਇਕ ਹੀ ਸੁਰੱਖਿਅਤ ਨਹੀਂ ਤਾਂ ਆਮ ਜਨਤਾ ਦੀ ਸੁਰੱਖਿਆ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ। ਕਿਹਾ ਕਿ ਕੈਪਟਨ ਕਿਸਾਨਾਂ ਦੇ ਮੋਢੇ ਤੇ ਬੰਦੂਕ ਰੱਖ ਕੇ ਮਾਹੌਲ ਖਰਾਬ ਕਰ ਰਹੇ ਨੇ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਇਹ ਵੀ ਕਿਹਾ ਕਿ ਅੱਤਵਾਦ ਵੇਲੇ ਵੀ ਅਜਿਹਾ ਮਾਹੌਲ ਨਹੀਂ ਸੀ ਜਿਵੇਂ ਦਾ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਬਣਾ ਦਿੱਤਾ ਹੈ। ਉਦੋਂ ਵੀ ਸਿਆਸੀ ਪਾਰਟੀਆਂ ਰੈਲੀ ਕਰਦੀਆਂ ਸੀ, ਉਦੋਂ ਵੀ ਕਿਸੇ ਨੂੰ ਸਟੇਜ ਉੱਤੇ ਕਦੇ ਨਹੀਂ ਮਾਰਿਆ ਜਾਂਦਾ ਸੀ। ਸ਼ਰਮਾ ਨੇ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਦਾ ਕਿ ਕੀ ਲੋਕਤੰਤਰ ਡੰਡੇ ਨਾਲ ਚੱਲੇਗਾ, ਪੱਥਰਬਾਜ਼ੀ ਨਾਲ ਚੱਲੇਗਾ? ਲੋਕਤੰਤਰ ਲੋਕਾਂ ਨਾਲ ਚੱਲਦਾ ਹੈ, ਡੰਡੇ ਜਾਂ ਪੱਥਰਬਾਜ਼ੀ ਨਾਲ ਨਹੀਂ ਚੱਲਦਾ। ਬੀਜੇਪੀ ਦੀਆਂ ਗਤੀਵਿਧੀਆਂ ਉੱਤੇ ਰੋਕ ਕਿਉਂ ਹੈ? ਜਿਹੜਾ ਲੋਕਤੰਤਰ ਦੂਜੀਆਂ ਸਿਆਸੀ ਪਾਰਟੀਆਂ ਨੂੰ ਧਰਨੇ ਕਰਨ ਦਾ ਅਧਿਕਾਰ ਦਿੰਦਾ, ਉਹੀ ਲੋਕਤੰਤਰ ਬੀਜੇਪੀ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਕਿਉਂ ਨਹੀਂ ਦਿੰਦਾ? ਪੰਜਾਬ ਦੇ ਵਿੱਚ ਹਿੰਦੂ ਸਿੱਖ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਜਿਹੀਆਂ ਤਾਕਤਾਂ ਨਾ ਪਹਿਲਾਂ ਸਫਲ ਹੋਈਆਂ ਨਾ ਹੀ ਹੁਣ ਹੋਣਗੀਆਂ। ਇਹ ਕਹਿਣਾ ਹੈ ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ। ਅਸ਼ਵਨੀ ਸ਼ਰਮਾ ਨੇ ਇਹ ਵੀ ਕਿਹਾ ਕਿ ਪੰਜਾਬ ਉੱਤੇ ਸਭ ਦਾ ਬਰਾਬਰ ਦਾ ਅਧਿਕਾਰ ਹੈ ਤੇ ਬੀਜੇਪੀ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਬਹਾਲੀ ਲਈ ਹਰ ਕੁਰਬਾਨੀ ਕਰੇਗੀ। ਤੇ ਬੀਜੇਪੀ ਦੇ ਵਫਦ ਵੱਲੋਂ ਮੰਗ ਪੱਤਰ ਦਿੱਤੇ ਜਾਣ ਤੋਂ ਬਾਅਦ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਵੀ ਇਸ ਹਮਲੇ ਦੀ ਨਿੰਦਾ ਕਰਦਿਆਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਤੋਂ ਰਿਪੋਰਟ ਤਲਬ ਕਰ ਲਈ ਹੈ, ਯਾਨੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਰਿਪੋਰਟ ਤਲਬ ਕੀਤੀ ਹੈ। ਇਹਨਾਂ ਦੇ ਕੋਲੇ ਗ੍ਰਹਿ ਮੰਤਰਾਲਾ ਵੀ ਹੈ। ਇਹਨਾਂ ਦੇ ਨਾਲ ਰਾਜਪਾਲ ਨੇ ਗੱਲ ਵੀ ਕੀਤੀ ਹੈ ਅਤੇ ਇਸ ਘਟਨਾ ਦੇ ਉੱਤੇ ਨਾਰਾਜ਼ਗੀ ਹੈ ਜਿਹੜੀ ਉਹ ਪ੍ਰਗਟਾਈ ਹੈ। ਇਸੇ ਦਰਮਿਆਨ ਬੀਜੇਪੀ ਪਾਰਟੀ ਦੇ ਲੀਡਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰੀ ਘਰ ਮੂਹਰੇ ਧਰਨਾ ਵੀ ਦਿੱਤਾ। ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿੱਚ ਬੀਜੇਪੀ ਲੀਡਰ ਆਪਣੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਤੇ ਹੋਏ ਹਮਲੇ ਦੇ ਖਿਲਾਫ ਰੋਸ ਪ੍ਰਗਟਾ ਰਹੇ ਸੀ। ਅਰੁਣ ਨਾਰੰਗ ਅਬੋਹਰ ਤੋਂ ਵਿਧਾਇਕ ਨੇ ਤੇ ਸ਼ਨੀਵਾਰ ਨੂੰ ਜਦੋਂ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਸੀ ਤਾਂ ਮਲੋਟ ਦੇ ਵਿੱਚ ਕਿਸਾਨਾਂ ਨੇ ਅਰੁਣ ਨੂੰ ਘੇਰ ਲਿਆ। ਕਿਸਾਨਾਂ ਨੇ ਉਹਨਾਂ ਦੇ ਦਫ਼ਤਰ ਦਾ ਘਿਰਾਓ ਵੀ ਕੀਤਾ ਸੀ। ਇਸ ਦੌਰਾਨ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਪੁਲਿਸ ਨੇ ਮੁਸ਼ਕਿਲ ਦੇ ਨਾਲ ਉਹਨਾਂ ਨੂੰ ਭੀੜ ਤੋਂ ਬਚਾਇਆ। ਅਰੁਣ ਨਾਰੰਗ ਇਸ ਹਮਲੇ ਲਈ ਸੂਬੇ ਦੀ ਕਾਂਗਰਸ ਸਰਕਾਰ ਨੂੰ ਜ਼ਿੰਮੇਦਾਰ ਦੱਸ ਰਹੇ ਨੇ। ਤੇ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰੀ ਘਰ ਦੇ ਮੂਹਰੇ ਧਰਨਾ ਦੇ ਰਹੇ ਬੀਜੇਪੀ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਕੱਪੜੇ ਉਤਾਰ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਅਹੁਦਾ ਛੱਡਣ ਦੇ ਲਈ ਕਿਹਾ। ਬੀਜੇਪੀ ਲੀਡਰਾਂ ਨੇ ਇਲਜ਼ਾਮ ਲਾਇਆ ਕਿ ਬੀਜੇਪੀ ਵਿਧਾਇਕ ਉੱਤੇ ਹਮਲਾ ਸੱਤਾਧਾਰੀ ਕਾਂਗਰਸ ਵੱਲੋਂ ਹੀ ਕਰਵਾਇਆ ਗਿਆ ਹੈ। ਇਸ ਰੋਸ ਮੁਜ਼ਾਹਰੇ ਦੇ ਵਿੱਚ ਅਸ਼ਵਨੀ ਸ਼ਰਮਾ, ਮਦਨ ਮੋਹਨ ਮਿੱਤਲ, ਸ਼ਵੇਤ ਮਲਿਕ, ਦਿਨੇਸ਼ ਬੱਬੂ ਸਣੇ ਹੋਰ ਕਈ ਸੀਨੀਅਰ ਲੀਡਰ ਨੇ ਜਿਹੜੇ ਬੀਜੇਪੀ ਦੇ ਉਹ ਪਹੁੰਚੇ ਹੋਏ ਸੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਬੀਜੇਪੀ ਲੀਡਰ ਤੇ ਮਲੋਟ 'ਚ ਹੋਏ ਹਮਲੇ ਤੋਂ ਖਾਸੇ ਨਾਰਾਜ਼ ਨੇ। ਕੈਪਟਨ ਨੇ ਕਿਹਾ ਕਿ ਵਿਧਾਇਕ ਉੱਤੇ ਕੀਤੇ ਹਮਲੇ ਨੂੰ ਸੂਬਾ ਸਰਕਾਰ ਕਿਸੇ ਵੀ ਤਰ੍ਹਾਂ ਬਰਦਾਸ਼ਤ ਨਹੀਂ ਕਰੇਗੀ ਤੇ ਸੂਬੇ ਦੀ ਸ਼ਾਂਤੀ ਭੰਗ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ। ਕੈਪਟਨ ਨੇ ਅਜਿਹੀਆਂ ਹਿੰਸਕ ਘਟਨਾਵਾਂ ਦੀ ਅਸਲ ਵਜ੍ਹਾ ਦੱਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਹ ਦੇ ਨਾਲ ਅਪੀਲ ਵੀ ਕੀਤੀ ਹੈ ਕਿ ਅਜਿਹੀ ਸਥਿਤੀ ਨੂੰ ਰੋਕਣ ਲਈ ਖੇਤੀ ਕਾਨੂੰਨਾਂ ਕਾਰਨ ਪੈਦਾ ਹੋਏ ਸੰਕਟ ਦਾ ਹੱਲ ਬਿਨਾਂ ਦੇਰੀ ਤੁਸੀਂ ਕੱਢੋ। ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਵੀ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ। ਡੀਜੀਪੀ ਨੇ ਵੀ ਵਿਧਾਇਕ ਤੇ ਪੁਲਿਸ ਅਧਿਕਾਰੀਆਂ ਤੇ ਹਮਲਾ ਕਰਨ ਵਾਲਿਆਂ ਖਿਲਾਫ ਅਪਰਾਧਿਕ ਮਾਮਲੇ ਦਰਜ ਕਰਨ ਦਾ ਦਾਅਵਾ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕੈਪਟਨ ਨੇ ਕਿ ਰੋਸ ਪ੍ਰਦਰਸ਼ਨ ਕਰਨਾ ਕਿਸਾਨਾਂ ਦਾ ਜਮਹੂਰੀ ਹੱਕ ਹੈ, ਪਰ ਹਿੰਸਾ ਕਰਨਾ ਕਿਸੇ ਵੀ ਪਰੇਸ਼ਾਨੀ ਦਾ ਹੱਲ ਨਹੀਂ ਹੈ ਤੇ ਬਰਦਾਸ਼ਤ ਵੀ ਨਹੀਂ ਕੀਤੀ ਜਾਏਗੀ। ਇਸ ਘਟਨਾ ਤੋਂ ਬਾਅਦ ਜਿੱਥੇ ਪੰਜਾਬ ਦੇ ਵਿੱਚ ਬੀਜੇਪੀ ਦੇ ਲੀਡਰ ਪੂਰੇ ਭੜਕੇ ਹੋਏ ਨੇ, ਬਹੁਤ ਹੀ ਨਾਰਾਜ਼ ਨੇ, ਉੱਥੇ ਹੀ ਉਹਨਾਂ ਨੇ ਮਲੋਟ ਦੇ ਵਿੱਚ ਸੋਮਵਾਰ ਨੂੰ ਬੰਦ ਦਾ ਸੱਦਾ ਦਿੱਤਾ ਹੈ। ਬੀਜੇਪੀ ਲੀਡਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਵੀ ਸਾੜਿਆ। ਮਲੋਟ ਦੇ ਵਿੱਚ ਹੋਏ ਪ੍ਰਦਰਸ਼ਨ ਦੇ ਵਿੱਚ ਬੀਜੇਪੀ ਪੰਜਾਬ ਸਕੱਤਰ ਸੁਖਪਾਲ ਸਰਾਂ, ਬੀਜੇਪੀ ਪੰਜਾਬ ਸੈਕਟਰੀ ਤੇ ਜ਼ਿਲ੍ਹਾ ਇੰਚਾਰਜ ਸੁਨੀਤਾ ਗਰਗ ਤੇ ਹੋਰ ਲੀਡਰ ਵੀ ਸ਼ਾਮਲ ਸਨ। ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਬੀਜੇਪੀ ਲੀਡਰਾਂ ਨੇ ਆਪਣੇ ਦਫ਼ਤਰ ਵਿੱਚ ਬੈਠਕ ਵੀ ਕੀਤੀ। ਉਸ ਤੋਂ ਬਾਅਦ ਇਹ ਸਾਰੇ ਭਾਜਪਾਈ ਜੀਟੀ ਰੋਡ ਤੇ ਪਹੁੰਚੇ ਤੇ ਲਗਭਗ 10 ਮਿੰਟ ਲਈ ਧਰਨਾ ਦਿੱਤਾ। ਫਿਰ ਪੁਰਾਣੀ ਤਹਿਸੀਲ ਚੌਂਕ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕ ਕੇ ਇਹਨਾਂ ਨੇ ਕੈਪਟਨ ਸਰਕਾਰ ਦੀ ਨਾਕਾਮੀ ਖਿਲਾਫ ਆਪਣਾ ਗੁੱਸਾ ਜ਼ਾਹਿਰ ਕੀਤਾ ਅਤੇ ਬੀਜੇਪੀ ਲੀਡਰਾਂ ਨੇ ਸੋਮਵਾਰ ਨੂੰ ਸਾਰੇ ਦੁਕਾਨਦਾਰਾਂ ਨੂੰ ਮਲੋਟ ਬੰਦ ਰੱਖਣ ਦੀ ਅਪੀਲ ਕੀਤੀ ਹੈ। ਤੇ ਜੇ ਹੁਣ ਕਿਸਾਨ ਲੀਡਰਾਂ ਦੀ ਗੱਲ ਕਰ ਲਈਏ ਕਿ ਇਸ ਘਟਨਾ ਤੇ ਕਿਸਾਨ ਲੀਡਰਾਂ ਨੇ ਕੀ ਕੋਈ ਬਿਆਨ ਦਿੱਤਾ ਹੈ? ਬਿਲਕੁਲ ਦਿੱਤਾ ਹੈ। ਜਗਜੀਤ ਸਿੰਘ ਡੱਲੇਵਾਲਾ, ਇਹਨਾਂ ਨੇ ਮਲੋਟ ਵਿੱਚ ਵਾਪਰੀ ਘਟਨਾ ਦੀ ਨਿੰਦਿਆ ਕੀਤੀ ਹੈ। ਡੱਲੇਵਾਲ ਨੇ ਕਿਹਾ ਕਿ ਇਹ ਘਟਨਾ ਬੀਜੇਪੀ ਲੀਡਰਸ਼ਿਪ ਵੱਲੋਂ ਲਗਾਤਾਰ ਕੀਤੀ ਜਾ ਰਹੀ ਗਲਤ ਬਿਆਨਬਾਜ਼ੀ ਦਾ ਵੀ ਨਤੀਜਾ ਹੈ। ਡੱਲੇਵਾਲ ਨੇ ਕਿਹਾ ਕਿ ਕਿਸਾਨ ਪੂਰੀ ਤਰ੍ਹਾਂ ਸ਼ਾਂਤਮਈ ਅੰਦੋਲਨ ਕਰ ਰਹੇ ਨੇ। 26 ਮਾਰਚ ਦਾ ਬੰਦ ਵੀ ਸ਼ਾਂਤਮਈ ਰਿਹਾ, ਪਰ ਬੀਜੇਪੀ ਦੀ ਲੀਡਰਸ਼ਿਪ ਲਗਾਤਾਰ ਗਲਤ ਬਿਆਨਬਾਜ਼ੀ ਕਰ ਰਹੀ ਹੈ। ਡੱਲੇਵਾਲ ਨੇ ਕਿਹਾ ਕਿ ਗੁਜਰਾਤ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੂੰ ਪ੍ਰੈਸ ਕਾਨਫਰੰਸ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ ਤੇ ਅਸੀਂ ਕਿਸੇ ਵੀ ਤਰ੍ਹਾਂ ਦੇਸ਼ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ, ਪਰ ਬੀਜੇਪੀ ਦੀ ਲੀਡਰਸ਼ਿਪ ਨੂੰ ਵੀ ਆਪਣੀ ਗਲਤ ਬਿਆਨਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਬਲਵੀਰ ਸਿੰਘ ਰਾਜੇਵਾਲ, ਇਹ ਵੀ ਕਿਸਾਨ ਲੀਡਰ ਨੇ, ਇਹਨਾਂ ਨੇ ਕਿਹਾ ਕਿ ਸ਼ਨੀਵਾਰ ਨੂੰ ਜੋ ਕੁਝ ਵੀ ਮਲੋਟ ਵਿੱਚ ਹੋਇਆ ਉਹ ਸਾਡਾ ਪ੍ਰੋਗਰਾਮ ਨਹੀਂ ਸੀ। ਸਾਡਾ ਹਿੰਸਕ ਹੋਣ ਦਾ ਕੋਈ ਫੈਸਲਾ ਹੀ ਨਹੀਂ ਹੈ। ਜਿਹੜੇ ਲੋਕ ਸਾਡੇ ਅੰਦੋਲਨ ਵਿੱਚ ਕੁੱਦਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਪੂਰਨ ਸ਼ਾਂਤਮਈ ਰਹਿਣ। ਰਾਜੇਵਾਲ ਨੇ ਕਿਹਾ ਕਿ ਇਹ ਅੰਦੋਲਨ ਦਾ ਪਹਿਲਾ ਅਸੂਲ ਹੈ ਜੋ ਤੁਹਾਨੂੰ ਕਬੂਲ ਕਰਨਾ ਪਵੇਗਾ। ਅਸੀਂ ਸੱਤਿਆਗ੍ਰਹੀ ਹਾਂ। ਸੱਤਿਆਗ੍ਰਹਿ ਦਾ ਅਰਥ ਹੁੰਦਾ ਹੈ ਆਪਣੇ ਸਰੀਰ ਤੇ ਕਸ਼ਟ ਝੱਲ ਕੇ ਜਿਹਦੇ ਨਾਲ ਲੜਾਈ ਹੈ ਉਹਦੀ ਸੁੱਤੀ ਆਤਮਾ ਨੂੰ ਜਗਾਇਆ ਜਾਵੇ। ਰਾਜੇਵਾਲ ਨੇ ਕਿਹਾ ਕਿ ਅਸੀਂ ਸਰਕਾਰ ਦੀ ਸੁੱਤੀ ਹੋਈ ਆਤਮਾ ਨੂੰ ਜਗਾਉਣ ਦਾ ਕੰਮ ਕਰਨਾ ਹੈ, ਕਿਸੇ ਦੀ ਕੁੱਟਮਾਰ ਦਾ ਕੰਮ ਨਹੀਂ ਕਰਨਾ। ਇਸ ਲਈ ਸਾਡਾ ਮੋਰਚਾ ਕਿਸੇ ਵੀ ਕਿਸਮ ਦੀ ਹਿੰਸਾ ਦੀ ਆਗਿਆ ਨਹੀਂ ਦਿੰਦਾ। ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੀ ਗੱਲ ਕਰ ਲਈਏ ਤਾਂ ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦਾ ਘਿਰਾਓ ਕਰਨ ਜਾਂਦੇ ਬੇਰੁਜ਼ਗਾਰ ਈਟੀ ਟੈਟ ਪਾਸ ਅਧਿਆਪਕਾਂ ਤੇ ਪੁਲਿਸ ਨੇ ਜ਼ਬਰਦਸਤ ਲਾਠੀਚਾਰਜ ਕਰ ਦਿੱਤਾ। ਰੁਜ਼ਗਾਰ ਹਾਸਲ ਕਰਨ ਤੇ ਭਰਤੀ ਸੰਬੰਧੀ ਹੋਰ ਮੰਗਾਂ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨੂੰ ਘੇਰਨ ਲਈ ਦੋ ਪਾਸਿਆਂ ਤੋਂ ਜਦੋਂ ਅੱਗੇ ਵਧੇ ਤਾਂ ਵੱਡੀ ਗਿਣਤੀ ਵਿੱਚ ਤੈਨਾਤ ਪੁਲਿਸ ਫੋਰਸ ਨੇ ਇਹਨਾਂ ਸਾਰਿਆਂ ਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਦਰਜਨ ਦੇ ਕਰੀਬ ਬੇਰੁਜ਼ਗਾਰ ਅਧਿਆਪਕ ਤੇ ਅਧਿਆਪਕਾਂ ਜ਼ਖਮੀ ਹੋ ਗਏ, ਜਦੋਂ ਕਿ ਔਰਤਾਂ ਸਮੇਤ 150 ਦੇ ਕਰੀਬ ਕਾਰਕੁਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਸਮੇਤ ਲੀਡਰਸ਼ਿਪ ਦੇ ਹੋਰ ਲੀਡਰ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਏ ਸੀ ਤੇ ਜਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਪੁਲਿਸ ਤੇ ਦੋਸ਼ ਲਾਇਆ ਕਿ ਸਾਡੇ ਤੇ ਅੰਨਾ ਲਾਠੀਚਾਰਜ ਬੇਵਜ੍ਹਾ ਕੀਤਾ ਗਿਆ ਹੈ, ਜਦਕਿ ਅਸੀਂ ਜਮਹੂਰੀਅਤ ਦੇ ਹੱਕ ਵਜੋਂ ਸੰਘਰਸ਼ ਕਰਨ ਲਈ ਇੱਥੇ ਪਹੁੰਚੇ ਸੀ ਤੇ ਸੰਘਰਸ਼ ਕਰਨਾ ਸਾਡਾ ਹੱਕ ਹੈ। ਸੋ ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੇ ਉੱਤੇ ਲਾਠੀ ਚਾਰਜ ਹੋਇਆ ਹੈ। ਦੂਸਰੇ ਪਾਸੇ ਖਬਰ ਆ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ 2021 ਦੇ ਸਭ ਤੋਂ ਵੱਧ ਤਾਕਤਵਰ ਭਾਰਤੀਆਂ ਦੇ ਵਿੱਚ ਸ਼ਾਮਲ ਨੇ ਤੇ ਇਹ ਸੂਚੀ ਦੇ ਵਿੱਚ ਇਹ ਰੈਂਕ ਕਿਉਂ ਮਿਲਿਆ ਕੈਪਟਨ ਅਮਰਿੰਦਰ ਸਿੰਘ ਨੂੰ, ਇਹ ਤੁਹਾਨੂੰ ਜ਼ਰੂਰ ਦੱਸਾਂਗੇ। 2021 ਦੇ ਸਭ ਤੋਂ ਵੱਧ ਤਾਕਤਵਰ ਭਾਰਤੀ ਵਿਅਕਤੀਆਂ ਦੀ ਸੂਚੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਸ਼ਾਮਲ ਹੈ। ਇਸ ਸੂਚੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਰੈਂਕ 15ਵਾਂ ਹੈ ਤੇ 2019 ਦੀ ਸੂਚੀ ਵਿੱਚ ਵੀ ਕੈਪਟਨ ਦਾ 15ਵਾਂ ਹੀ ਰੈਂਕ ਸੀ। ਇਹ ਸੂਚੀ ਹਰ ਸਾਲ ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੇ ਵੱਲੋਂ ਜਾਰੀ ਕੀਤੀ ਜਾਂਦੀ ਹੈ। ਕੈਪਟਨ ਤੋਂ ਪਹਿਲਾਂ ਹੋਰ ਕਿਸੇ ਪੰਜਾਬੀ ਦਾ ਨਾਂ ਇਸ ਸੂਚੀ ਦੇ ਵਿੱਚ ਸ਼ਾਮਲ ਨਹੀਂ ਹੋਇਆ ਤੇ 2021 ਦਾ ਸਭ ਤੋਂ ਤਾਕਤਵਰ ਪੰਜਾਬੀ ਇਸ ਸੂਚੀ ਦੇ ਮੁਤਾਬਿਕ ਕੈਪਟਨ ਨੂੰ ਕਿਹਾ ਗਿਆ ਹੈ। ਤੇ ਹੁਣ ਇਸ ਸੂਚੀ ਦੇ ਵਿੱਚ ਕੈਪਟਨ ਨੂੰ ਸ਼ਾਮਲ ਕਿਉਂ ਕੀਤਾ ਗਿਆ? ਆਖਿਰਕਾਰ ਕਿਹੜੀ ਤਾਕਤ ਹੈ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਕਿ ਇਸ ਸੂਚੀ ਦੇ ਵਿੱਚ ਉਹ ਜਿਹੜੇ ਮੁਲਕ ਦੇ 15ਵੇਂ ਵੱਧ ਤਾਕਤਵਰ ਵਿਅਕਤੀ ਨੇ?
इंडियन एक्सप्रैस ने कारण दसदिਆਂ लिखिया है कि कैप्टन अमरिंदर सिंह ने कोरोना महामारी का डट के मुकाबला किया ते किसान अंदोलन विच भी दृढ़तापूर्वक सख्त स्टैंड लिया। इस करके कैप्टन अमरिंदर सिंह शक्तिशाली भारती ने, ताकतवर भारती ने। 26 मार्च के भारत बंद तो बाद किसानों ने अपने संघर्ष की लड़ी दे विच होली मौके खेती कानूनों दीयां कापियां साड़न का ऐलान किया सी। इस दे तहत ਸਿੰਘੂ टिकरी ते गाजीपुर बॉर्डर समेत पंजाब हरियाणा दीयां जिन्नियां थावां दे उत्ते मोर्चे लगे हुए ने, सब थावां दे उत्ते किसानां ने तिन्ने खेती कानूनों दीयां कापियां साड़ के होली तो पहलां होलिका दहन मनाया। भारती किसान यूनीयन के जिहड़े लीडर हैगे ने राकेश टिकैत, उन्हां दी अगवाई दे विच गाजीपुर बॉर्डर ते 3 खेती कानूनों दीयां कापियां साड़ियां गईयां। होली तो एक दिन पहला होलिका दहन हुंदा है ते अगले दिन रंगां दी होली खेडी जाती है। इस करके ऐतवार नूं किसानां ने खेती कानूनों दीयां कापियां नूं अगन भेंट किया। सोमवार नूं रंगां दी थां ते किसान अंदोलन दौरान जाना गुआउण वाले किसानां दे पिंडां दी मिट्टी दा तिलक करनगे। ते उधर किसान लीडर राकेश टिकैत ने केंद्र सरकार नूं किसानां दीयां मंगां ना मनण ते वड्डी धमकी दे दित्ती है। टिकैत ने राजस्थान के दौसा दे विच महापंचायत दौरान संबोधन करदिआं कहा कि जेकर सरकार ने किसानां दीयां मंगां ते गौर छेती ना फरमाया तां छेती ही 16 सूबियां दी बिजली सप्लाई ठप्प कर देंगे। टिकैत ने कहा कि कारोबारी लोग ही केंद्र विच सरकार चला रहे ने। सरकार ने सारे सरकारी अदारे वेच दित्ते ने ते हुण देश दे लोकां नूं भी उन्हां नूं बाहर दा रस्ता दिखा देना चाहीदा है। ये खबर असीं तुहानूं हिंदुस्तान टाइम्स के हवाले नाल दस रहे हैं। पंजाब के समराला तो खबर है जिथे दवाई लैके पिंड वापस जा रहे 3 भैणां दे इकलौते भरा दा किसी ने कतल कर दिता है। देर रात मोटरसाइकिल ते घर परत रहे नौजवान नूं लुटेरे ने किसी तेजधार हथियार नाल हमला करके खत्म कर दिता। मृतक नौजवान 3 भैणां दा कल्ला भरा सी। वो रिश्तेदार दे नाल रात वेले दवाई लैके अपने पिंड ढिलवां परत रहा सी। जसवीर सिंह दी उम्र 26 साल सी ते देर रात करीब 10 वजे अपने रिश्तेदार दे नाल जदों दवाई लैके पिंड कोल पहुंचा तां किसी नौजवान ने बहुत ही तिखी चीज़ के नाल हमला कर दिता। जसवीर सिंह गंभीर जख्मी होकर कणक के खेत में डिग पिया। घटना का सवेरे पता लग्या तो जसवीर सिंह की मौत हो चुकी सी। उसकी लाश खेतों में ही पई सी। पुलिस ने लाश कब्जे में लैके पोस्टमार्टम लई सिविल हस्पताल भेज दी। हाले घटना बारे होर वेरवे नहीं मिल सके कि आखिरकार रिश्तेदार दे नाल गया सी जसवीर, तां रिश्तेदार की उस वक्त नाल सी जिस वक्त जसवीर ते हमला होया। मौके ते हाज़र मृतक के रिश्तेदारों ने दस्सिया कि लुट के इरादे नाल ही कतल किया गया। दिल्ली पुलिस ने दावा किया है कि साडे विशेष सैल नूं एक वड्डी सफलता मिली है। 25 मार्च नूं फिल्मी अंदाज दे विच दिल्ली के GTB हस्पताल तो फरार होया गैंगस्टर कुलदीप उर्फ फज्जा नूं रोहिणी सैक्टर 14 के एक अपार्टमेंट विच पुलिस ने घेर के मार मुकाया है। स्पैशल सैल नवीं दिल्ली रेंज की टीम नूं ये सफलता मिली है। लंघी रात 12 बजे के करीब पुलिस नूं कुलदीप उर्फ फज्जा रोहिणी नेड़े एक घर विच लुके होण दी जानकारी मिली सी, जिस तो बाद स्पैशल सैल के ACP ललित मोहन नेगी समेत पुलिस पार्टी ने इस घर नूं घेर के सारे इलाके दे विच ही एक जाल विछा दिता। पुलिस ने गैंगस्टर फज्जा नूं आत्म समर्पण करने लई कहा पर उसने पुलिस ते फायरिंग शुरू कर दी ते बच के निकलण की कोशिश की। इस तो बाद पुलिस ने भी जवाबी कार्रवाई की, गोलियां चलाईयां। कई गोलियां गैंगस्टर कुलदीप उर्फ फज्जा ते लगियां ते मौके ते ही वह मारिया गया। उसके 2 साथी योगिंदर ते भुपेंद्र भी फड़ लए गए ने। पंजाब दीयां जेलां दे विचों पैरोल ते गए 160 कैदी आखिरकार कित्थे चले गए ने, जिहड़े मुड़ के अपनियां बैरकां तक पहुंचे ही नहीं। इस खबर ने जेल विभाग नूं चिंता दे विच पा दित्ता है ते हुण इन्हां कैदियां नूं मुड़ तों जेलां विच डक्कण लई पंजाब सरकार विशेष मुहिम शुरू करन जा रही है। तालाबंदी के दिनों में पंजाब दीयां जेलों चों पैरोल ते घर गए सन 160 कैदी, पर मुड़ के जेलों दे विच नहीं परते, जबकि इन्हां दी पैरोल खत्म हो चुकी है। कई कैदी पैरोल खत्म होने तो बाद भी 2 ਤੋਂ 3 दिन लेट मुड़ जेलों में पहुंचे। जेलों में करोना ना फैले इसलिए पंजाब दीयां जेलों में 5000 अजिहे कैदी भी सन जिन्हां नूं सज़ा हो चुकी सी ते 6000 अजिहे कैदी सन जो अंडर ट्रायल चल रहे सी। जेल मंत्री सुखजिंदर सिंह रंधावा ने कहा कि पैरोल ते गए लापता चल रहे कैदियों नूं मुड़ तो जेलों में बुलाउण दीयां हदायतां जारी कर दित्तियां गईयां ने। बुलेटिन दे विच कुछ खास खबरां पूरे भारत दीयां। सब तो पहली खबर यूपी तो है, जिथे 2013 के मुजफ्फरनगर दंगियां दे 12 BJP जिहड़े लीडर सी, मुलजम सी, उन्हां दे केस योगी सरकार ने वापस लै लए ने। दंगिਆਂ ਨਾਲ जुड़े एक मामले में जिले की अदालत ने सूबे दे विच सत्ताधारी भारती जनता पार्टी के 12 लीडरां खिलाफ हिंसा भड़काउण दा केस वापस लैण दी मंजूरी दे दित्ती है। BBC हिंदी की खबर के मुताबिक इन्हां विच सूबा सरकार के मंत्री सुरेश राणा, BJP विधायक संगीत सोम, साबका BJP संसद मैंबर भारतेंदु सिंह ते विश्व हिंदू परिषद की लीडर साध्वी प्राची भी शामिल है।
जिन्हां सारिਆਂ खिलाफ केस वापस लै लए ने ते अदालत ने भी मोहर ला दी है। स्पैशल कोर्ट के जज राम सुध सिंह ने शुक्रवार को सरकारी वकील को केस वापस लैण की इजाजत दे दी। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਵੱਡੇ ਝੂਠੇ ਨੇ, ਇਹ ਕਿਹਾ ਸੀਪੀਆਈ ਲੀਡਰ ਕਨ੍ਹਈਆ ਕੁਮਾਰ ਨੇ। ਨੌਜਵਾਨ ਲੀਡਰ ਨੇ ਬੀਜੇਪੀ ਤੇ ਨਿਸ਼ਾਨਾ ਸਾਧਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਵੱਡਾ ਝੂਠਾ ਕਰਾਰ ਦਿੱਤਾ। ਵਿਦਿਆਰਥੀ ਲੀਡਰ ਨੇ ਮੋਦੀ ਵੱਲੋਂ ਬੰਗਲਾਦੇਸ਼ ਵਿੱਚ ਦਿੱਤੇ ਬਿਆਨਾਂ ਨੂੰ ਵੱਡਾ ਝੂਠ ਕਰਾਰ ਦਿੱਤਾ ਹੈ। ਮੋਦੀ ਨੇ ਕਿਹਾ ਸੀ ਕਿ ਉਹਨਾਂ ਨੇ ਬੰਗਲਾਦੇਸ਼ ਦੀ ਆਜ਼ਾਦੀ ਲਈ ਚੱਲੇ ਸੰਘਰਸ਼ ਵਿੱਚ ਹਿੱਸਾ ਲਿਆ ਸੀ, ਜਦਕਿ ਕਨ੍ਹਈਆ ਕੁਮਾਰ ਨੇ ਕਿਹਾ ਹੈ ਅਸਾਮ ਦੇ ਵਿੱਚ ਜਦੋਂ ਬੋਲ ਰਹੇ ਸੀ ਕਿ ਮੋਦੀ ਸਿਰਫ ਝੂਠ ਬੋਲ ਰਹੇ ਨੇ, ਕਦੇ ਵੀ ਅਜਿਹੀ ਗੱਲ ਸਾਹਮਣੇ ਨਹੀਂ ਆਈ इतिहास की कि मोदी ने कदे बांग्लादेश की आज़ादी दे लई आज़ादी दे संघर्ष दे विच हिस्सा पाया होवे। कन्हैया कुमार ने कहा कि असाम के लोग उन्हां दा साथ ना देण जो राष्ट्रवाद के नां ते देश के स्रोतां नूं वेच रहे ने। मोदी ते सीधा हल्ला बोलदियां कन्हैया ने सवाल किया कि उन्होंने सालाना 2 करोड़ नौकरियां का वादा किया सी, काले धन वापस लियाउण दा भी वादा किया सी, पर इन्हां विचों कोई भी वादा तुसीं क्यों नहीं पुगाया। सच्चाई ये है कि बांग्लादेश की आज़ादी दे विच जनरल सुबेग सिंह ने खास तौर पर योगदान पाया सी ते इस योधे नूं हमेशा बांग्लादेश की आज़ादी के लिए याद किया जाता रहेगा। बांग्लादेश तो ही तुहानूं वो खबर दसदे हां जिहड़ी भारत के कौमी मीडिया ने नहीं दिखाई, क्योंकि मोदी दे बांग्लादेश के 2 दिनां दे दौरे का उत्थे तिखा विरोध होया ते विरोध दौरान 4 लोगों की मौत भी हो गई है। लंघे शुक्रवार को बांग्लादेश के शहर चटगांव दे विच पुलिस प्रधानमंत्री मोदी की बांग्लादेश यात्रा के विरोध में प्रदर्शन करने वाले लोगों ते गोलियां चला रही सी ते इस गोलीबारी में घट्टो घट्ट 4 लोगों की मौत हो गई। पुलिस के मुताबिक इन्हां लोगों को खिंडाउण दे लई अथरू गैस के गोले सुट्टने पे, रबड़ दीयां गोलियां भी चलाईयां गईयां। लोगों ने थाने में दाखिल होकर भन्न तोड़ की, इस करके पुलिस नूं ये करना पिया। ये पुलिस का बयान है। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਬੰਗਲਾਦੇਸ਼ ਦੀ 50ਵੀਂ ਵਰ੍ਹੇਗੰਢ ਨੂੰ ਮਨਾਉਣ ਦੇ ਲਈ ਉੱਥੇ ਮਹਿਮਾਨ ਦੇ ਵਜੋਂ ਪਹੁੰਚੇ ਤਾਂ ਵੱਡੀ ਗਿਣਤੀ ਵਿੱਚ ਲੋਕ ਮੋਦੀ ਦਾ ਵਿਰੋਧ ਕਰ ਰਹੇ ਸੀ। ਮੋਦੀ ਇਸ ਟੈਰਰਿਸਟ ਦੇ ਹੱਥਾਂ ਦੇ ਵਿੱਚ ਉਹਨਾਂ ਨੇ ਸਲੋਗਨ ਨੇ ਜਿਹੜੇ ਉਹ ਫੜੇ ਹੋਏ ਸੀ, ਪੋਸਟਰ ਫੜੇ ਹੋਏ ਸੀ ਤੇ ਪੁਲਿਸ ਉਹਨਾਂ ਨੂੰ ਰੋਕਣ ਦੀ कोशिश कर रही सी। चटगांव विच हिफाजत ए इस्लाम बांग्लादेश के ये प्रदर्शनकारी सन। एक इस्लामिक समूह है जिन्हां ने मोदी की फेरी का विरोध किया सी। इन्हां दा इल्ज़ाम है कि मोदी भारत विच एक हिंदू राष्ट्र का एजेंडा फैला रहा है। सो प्रधानमंत्री नरेंद्र मोदी नूं कन्हैया कुमार ने वड्डा झूठा करार दिता है। बांग्लादेश दे विच मोदी का तिखा विरोध होया है ते ऐतवार नूं यानी कि अज नरेंद्र मोदी ने रेडियो ते अपने मन की बात की। इस मन की बात दे विच प्रधानमंत्री नूं चिंता हुई चिड़ियां दी अते किसानां दी आमदन दुगनी करन दा भी मोदी नूं फिकर दस्सिया। मोदी ने कहा कि खेतीबाड़ी खेत्र विच नवें बदल समय की लोड़ है। खेती खेत्र विच नवें मौके पैदा करने, किसानां दी आमदन दुगनी करन लई रिवायती खेती दे नाल-नाल नवें बदल भी स्वीकार करने पैणगे। मोदी ने कहा कि हुण डी फार्मिंग भी अजिहा एक बदल बनता जा रहा है। वड्डी गिणती विच किसान इस नाल जुड़ रहे ने। प्रधानमंत्री ने घट रही चिड़ियां ते भी चिंता जाहिर की, कहा कि चिड़ियां नूं बचाउण दी सानूं कोशिश करनी चाहिए है। बनारस के रहने वाले एक व्यक्ति का जिक्र करदਿਆਂ मोदी ने कहा कि इंद्रपाल नाम के इस व्यक्ति ने अपने घर विच ही चिड़ियां दे लई आलणे बना लए ने। ते मन की बात दे विच जिथे प्रधानमंत्री नरेंद्र मोदी ने खेती कानून लागू करन दी मुड़ तो गल दोहराई है ते इस दी प्रौढ़ता हैगी है जिहड़ी इस मुद्दे दे उत्ते प्रधानमंत्री नरेंद्र मोदी दी पिठ थापड़ी है। नीति आयोग के मैंबर रमेश चंद ने जिहड़े कि खेती मैंबर ने, इन्होंने कहा कि जे 3 खेती कानूनों नूं लागू नहीं किया जाता तो 2022 तक किसानां दी आमदन दुगनी करन दा टीचा हासिल नहीं किया जा सकता, क्योंकि प्रधानमंत्री नरेंद्र मोदी कह रहे हैं कि असीं किसानां दी आमदन दुगनी करनी है। जे दुगनी करनी है तो खेती कानून लागू करने पैणगे। ते नीति आयोग के मैंबर रमेश चंद भी कुछ यही कह रहे हैं। रमेश चंद मुताबिक चालू वित्ती साल विच खेती सैक्टर की विकास दर 3.5% रहेगी ते अगले वित्त साल तो यह 3 तो 3.5% के विचाले ही रहेगी। तमिलनाडु विधान सभा चोणां दे विच नितरे होए एक आज़ाद उम्मीदवार ने अजिहे हैरानीजनक वादे कीते ने लोकां दे नाल कि सुन के तुहाडे भी शायद होश उड़ जाणगे। आज़ाद उम्मीदवार थुल्लम सरवनन ने अपना चोण मनोरथ पत्र जारी किया है ते इस चोण मनोरथ पत्र दे विच जिहड़े वादे कीते ने उन्हां नूं सुन के तुसीं हसोगे भी ते हैरान भी होवोगे। BBC ते खबर है जिहड़ी वो नशर की गई है। इस उम्मीदवार ने चंद उत्ते 100 दिन की सैर, एक निक्का हैलीकॉप्टर, मुफ्त आईफोन,
ਪੁਲਾੜ ਖੋਜ ਸੰਸਥਾ ਕੇ ਰॉकेट ਲਾਂਚਰ ਪੈਡ ਤੇ ਹਰ ਪਰਿਵਾਰ ਦੇ ਖਾਤੇ ਵਿੱਚ ਸਾਲਾਨਾ 1 ਕਰੋੜ ਰੁਪਈਆ ਪਾਉਣ ਦਾ ਵਾਅਦਾ ਕੀਤਾ ਹੈ ਕਿ ਜੇ ਮੈਂ ਜਿੱਤ ਗਿਆ ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ। ਇੰਨਾ ਹੀ ਨਹੀਂ, ਇਸ ਉਮੀਦਵਾਰ ਨੇ ਸੁਆਣੀਆਂ ਦੇ ਲਈ ਘਰੇਲੂ ਕੰਮ 'ਚ ਮਦਦ ਕਰਨ ਵਾਲਾ ਇੱਕ ਰੋਬੋਟ, ਸਵਿਮਿੰਗ ਪੂਲ ਸਣੇ 3 ਮੰਜ਼ਲਾ ਘਰ, ਕੁੜੀਆਂ ਦੇ ਵਿਆਹ ਲਈ 100 ਸੋਵਰਨਸ ਗੋਲਡ ਯਾਨੀ ਕਿ ਸੋਨਾ, ਹਰ ਪਰਿਵਾਰ ਨੂੰ ਇੱਕ ਕਿਸ਼ਤੀ, ਨੌਜਵਾਨ ਨੂੰ ਸਵੈ ਰੁਜ਼ਗਾਰ ਲਈ 1 ਕਰੋੜ ਰੁਪਏ ਤੇ ਹਲਕੇ ਨੂੰ ਠੰਡਾ ਰੱਖਣ ਲਈ 300 ਫੁੱਟ ਉੱਚਾ ਬਰਫ਼ ਦਾ ਪਹਾੜ ਦੇਣ ਦਾ ਵਾਅਦਾ ਕੀਤਾ ਹੈ। ਸੋ ਇਹ ਖਬਰ ਸੁਣ ਕੇ ਤੁਸੀਂ ਵੀ ਸ਼ਾਇਦ ਮਨ ਦੇ ਵਿੱਚ ਹੱਸ ਰਹੇ ਹੋਵੋਗੇ ਕਿ ਇਹ ਤਾਂ ਬਿਲਕੁਲ ਹੀ ਅਸਮਾਨ ਤੋਂ ਤਾਰੇ ਤੋੜ ਕੇ ਲਿਆਉਣ ਵਾਲੀਆਂ ਗੱਲਾਂ ਤੋਂ ਵੀ ਉੱਪਰ ਦੀ ਗੱਲ ਸ਼ਾਇਦ ਹੋਗੀ। ਸੋ ਇਹਨਾਂ ਨੇ ਇਹ ਬਿਲਕੁਲ ਹੋਸ਼ੋ ਹਵਾਸ ਦੇ ਵਿੱਚ ਇਹ ਕੀਤਾ ਹੈ, ਜਾਂ ਫਿਰ ਆਜ਼ਾਦ ਉਮੀਦਵਾਰ ਜਿਵੇਂ ਪੰਜਾਬ ਦੇ ਵਿੱਚ ਇੱਕ ਉਮੀਦਵਾਰ ਟੀਟੂ ਸ਼ਟਰਾਂ ਵਾਲਾ ਜਾਂ ਨੀਟੂ ਸ਼ਟਰਾਂ ਵਾਲਾ ਜਿਹੜਾ ਹੈ ਉਹੋ ਜਿਹਾ ਕੋਈ ਉਮੀਦਵਾਰ ਹੋ ਸਕਦਾ ਹੈ ਜਿਹਨੇ ਬਿਨਾਂ ਸੋਚੇ ਸਮਝੇ ਅਜਿਹੇ ਵਾਅਦੇ ਕੀਤੇ ਨੇ, ਜਾਂ ਫਿਰ ਕੀ ਸੱਚਮੁੱਚ ਉਮੀਦਵਾਰ ਥੁੱਲਮ ਸਰਵਨਨ ਇੰਨਾ ਕੈਪੇਬਲ ਹੈ, ਉਹਨਾਂ ਕੋਲ ਕੀ ਇੰਨਾ ਜ਼ਿਆਦਾ ਧਨ ਦੌਲਤ ਹੈ ਕਿ ਜੇ ਉਹ ਜਿੱਤ ਗਏ ਤਾਂ ਅਜਿਹਾ ਕੁਛ ਕਰਨਗੇ। ਕਿਉਂਕਿ ਜਦੋਂ ਇੱਕ ਉਮੀਦਵਾਰ ਜਿੱਤਦਾ ਹੈ ਤਾਂ ਉਹਨੂੰ ਕਿੰਨਾ ਕੁ ਕੁਛ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਹੈ ਆਪਣੇ ਲੋਕਾਂ ਨੂੰ ਦੇਣ ਲਈ, ਉਹਦੇ ਬਾਰੇ ਤੁਸੀਂ ਜਾਣਦੇ ਹੋ, ਅਤੇ ਕਿੰਨਾ ਕੁ ਵਿਧਾਇਕ ਲੋਕਾਂ ਤੱਕ ਪਹੁੰਚਾਉਂਦੇ ਨੇ ਉਹਨਾਂ ਬਾਰੇ ਵੀ ਤੁਸੀਂ ਜਾਣਦੇ ਹੋ। ਸੋ ਇਹ ਇੰਟਰਸਟਿੰਗ ਬਹੁਤ ਹੈ। ਦੇਸ਼ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਨੇ। ਇਸ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਆਪਣੇ ਘਰ 'ਤੇ ਰਹਿ ਕੇ ਹੀ ਹੋਲੀ ਦਾ ਤਿਉਹਾਰ ਮਨਾਉਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਚਾਹੇ ਹੋਲੀ ਹੋਵੇ, ਸ਼ਬ ਬਰਾਤ ਹੋਵੇ, ਸਾਰੇ ਲੋਕ, ਸਾਰੇ ਧਰਮਾਂ ਦੇ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਦੇ ਨਾਲ ਹੀ ਇਹ ਤਿਉਹਾਰ ਮਨਾਉਣ ਅਤੇ ਕਰੋਨਾ ਦੇ ਬਚਾਅ ਦੇ ਨਿਯਮਾਂ ਦਾ ਪਾਲਣ ਕਰਨ। ਕਾਨਪੁਰ ਦੇ ਵਿੱਚ ਇੱਕ ਹਸਪਤਾਲ ਨੂੰ ਅੱਗ ਲੱਗ ਗਈ, 2 ਬਜ਼ੁਰਗਾਂ ਦੀ ਮੌਤ ਹੋ ਗਈ। ICU ਦੇ ਵਿੱਚ ਅੱਗ ਲੱਗੀ ਹੈ, ਮਰੀਜ਼ਾਂ ਨੂੰ ਖਿੜਕੀ ਤੋੜ ਕੇ ਬੈੱਡ ਸਮੇਤ ਬਾਹਰ ਕੱਢਿਆ ਗਿਆ। ਕਾਨਪੁਰ ਦੇ ਸਵਰੂਪ ਨਗਰ ਖੇਤਰ ਦੇ ਵਿੱਚ ਸਥਿਤ LPS ਇੰਸਟੀਚਿਊਟ ਆਫ ਕਾਰਡੀਓਲੋਜੀ ਦੇ ਇੱਕ ਹਿੱਸੇ ਦੇ ਵਿੱਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਘਟਨਾ ਦੇ ਵਿੱਚ ਜਾਨੀ ਨੁਕਸਾਨ ਵੀ ਹੋਇਆ ਹੈ। 150 ਤੋਂ ਵੱਧ ਮਰੀਜ਼ਾਂ ਨੂੰ ਦੂਸਰੇ ਵਾਰਡਾਂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦੀ ਜਾਂਚ ਲਈ 3 ਮੈਂਬਰੀ ਉੱਚ ਪੱਧਰੀ ਕਮੇਟੀ ਕਾਇਮ ਕਰਨ ਦਾ ਹੁਕਮ ਦੇ ਦਿੱਤਾ ਹੈ। ਇਸ ਹਸਪਤਾਲ ਦੇ ਵਿੱਚ ਕਾਨਪੁਰ ਪੇਂਡੂ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਦਿਲ ਦੇ ਮਰੀਜ਼ ਆਪਰੇਸ਼ਨ ਤੇ ਇਲਾਜ ਦੇ ਲਈ ਆਉਂਦੇ ਨੇ। ਸੂਰਤ ਤੋਂ ਇੱਕ ਖਬਰ ਹੈ ਜਿੱਥੇ ਇੱਕ ਕਾਰੋਬਾਰੀ ਨੇ ਆਪਣੇ 2 ਮਹੀਨੇ ਦੇ ਪੁੱਤਰ ਲਈ ਚੰਦ ਤੇ 1 ਏਕੜ ਜ਼ਮੀਨ ਖਰੀਦ ਲਈ ਹੈ। ਸੂਰਤ ਵਿੱਚ ਰਹਿਣ ਵਾਲੇ ਕਾਰੋਬਾਰੀ ਵਿਜੈ ਭਾਈ ਕਥੀਰੀਆ ਨੇ ਆਪਣੇ 2 ਮਹੀਨੇ ਦੇ ਬੇਟੇ ਦਾ ਨਾਮ ਨਿਤਿਆ ਰੱਖਿਆ ਹੈ। ਹਾਲ ਹੀ ਵਿੱਚ ਉਸਨੇ ਚੰਦ ਤੇ ਜ਼ਮੀਨ ਖਰੀਦੀ ਹੈ। ਉਸਨੇ ਇਸ ਲਈ ਨਿਊਯਾਰਕ ਅਤੇ ਅੰਤਰਰਾਸ਼ਟਰੀ ਲੂਨਰ ਰਜਿਸਟਰੀ ਵਿੱਚ ਇੱਕ ਈਮੇਲ ਭੇਜਿਆ ਸੀ। 13 ਮਾਰਚ ਨੂੰ ਉਸਨੂੰ ਮਨਜ਼ੂਰੀ ਮਿਲ ਗਈ। ਇਸ ਤੋਂ ਬਾਅਦ ਉਸਨੇ ਸਾਰੇ ਆਪਣੇ ਮਹੱਤਵਪੂਰਨ ਜਿਹੜੇ ਪੇਪਰ ਸੀ ਉਹ ਵੀ ਭੇਜ ਦਿੱਤੇ। ਉਸਦੇ ਪਰਿਵਾਰ ਨੂੰ ਪੁੱਤਰ ਦੇ ਨਾਮ ਦੀ ਕੰਪਨੀ ਦਾ ਇੱਕ ਸਰਟੀਫਿਕੇਟ ਵੀ ਮਿਲਿਆ ਹੈ। ਚੰਦਰਮਾ ਦੇ ਦੂਜੇ ਪਾਸੇ ਉਹਨਾਂ ਨੂੰ ਜ਼ਮੀਨ ਦਿੱਤੀ ਗਈ ਹੈ। ਥਾਂ ਦਾ ਨਾਮ ਮੇਰ ਮੋਸਕੋਵਿਨ ਹੈ। ਇਸ ਨੂੰ ਸੀ ਆਫ ਮਸਕੋਵੀ ਵੀ ਕਹਿੰਦੇ ਨੇ। ਹਾਲਾਂਕਿ ਰਿਪੋਰਟ ਵਿੱਚ ਜ਼ਮੀਨ ਖਰੀਦ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ, ਪਰ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਇਸ ਦੀ $750 ਕੀਮਤ ਚੁਕਾਉਣੀ ਪਈ ਹੈ, ਜੋ ਕਿ ਭਾਰਤੀ ਕਰੰਸੀ ਵਿੱਚ ਮਹਿਜ਼ 54,000 ਰੁਪਏ ਹੈ। ਤੇ ਵਿਜੇ ਭਾਈ ਚੰਦਰਮਾ ਤੇ ਜ਼ਮੀਨ ਖਰੀਦਣ ਵਾਲੇ ਸੂਰਤ ਵਿੱਚ ਪਹਿਲੇ ਕਾਰੋਬਾਰੀ ਬਣੇ ਨੇ। ਤੇ ਜਦੋਂ ਵੀ ਕੋਈ ਗਾਹਕ ਚੰਦਰਮਾ ਤੇ ਜ਼ਮੀਨ ਖਰੀਦਦਾ ਤਾਂ ਉਸਨੂੰ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ ਤੇ ਇਸ ਨੂੰ ਅਨਮੋਲ ਤੋਹਫਾ ਵੀ ਕਿਹਾ ਜਾਂਦਾ ਹੈ। ਪਰ ਭੁੱਲ ਕੇ ਵੀ ਤੁਸੀਂ ਇਹ ਨਾ ਮਹਿਸੂਸ ਕਰਿਓ ਕਿ ਹੁਣ ਇਹ ਚੰਦਰਮਾ ਤੇ ਜਾ ਕੇ ਰਹਿਣ ਲੱਗ ਪੈਣਗੇ। ਇਹ ਸਿਰਫ ਇੱਕ ਸ਼ਾਇਦ ਮਨ ਦੀ ਸੰਤੁਸ਼ਟੀ ਹੈ ਕਿ ਉਹਨਾਂ ਨੇ ਚੰਦਰਮਾ ਦੇ ਉੱਤੇ ਜ਼ਮੀਨ ਖਰੀਦੀ ਹੈ ਤੇ ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ ਬਣ ਗਏ ਨੇ। ਪਰ ਜ਼ਮੀਨ ਮਿਲੀ ਬਹੁਤ ਸਸਤੀ ਹੈ, ਇਹ ਜ਼ਰੂਰ ਗੌਰ ਕਰਨ ਵਾਲੀ ਗੱਲ ਹੈ। ਬੁਲੇਟਿਨ ਦੇ ਵਿੱਚ ਕੁਝ ਖਾਸ ਖਬਰਾਂ ਪੂਰੀ ਦੁਨੀਆ ਦੀਆਂ। ਸਭ ਤੋਂ ਪਹਿਲਾਂ ਮਿਆਂਮਾਰ ਤੋਂ ਖਬਰ ਹੈ, ਜਿੱਥੇ ਸ਼ਨੀਵਾਰ ਯਾਨੀ ਕਿ ਕੱਲ੍ਹ ਆਰਮਡ ਫੋਰਸਿਸ ਡੇ ਦੇ ਮੌਕੇ ਸੁਰੱਖਿਆ ਬਲਾਂ ਤੇ ਪ੍ਰਦਰਸ਼ਨਕਾਰੀਆਂ ਦੇ ਵਿਚਾਲੇ ਜ਼ਬਰਦਸਤ ਝੜਪਾਂ ਹੋਈਆਂ। ਅਸਿਸਟੈਂਸ ਐਸੋਸੀਏਸ਼ਨ ਫਾਰ ਪੋਲੀਟੀਕਲ ਪ੍ਰਿਜ਼ਨਰਸ ਯਾਨੀ ਕਿ AAPP ਨੇ ਸਥਾਨਕ ਸਮੇਂ ਮੁਤਾਬਿਕ ਸ਼ਨੀਵਾਰ ਸ਼ਾਮ ਤੱਕ ਦੇ ਅੰਕੜੇ ਦੱਸਦਿਆਂ ਕਿਹਾ ਕਿ ਸੁਰੱਖਿਆ ਬਲਾਂ ਦੀਆਂ ਗੋਲੀਆਂ ਦੇ ਨਾਲ ਘੱਟੋ-ਘੱਟ 100 ਲੋਕਾਂ ਦੀ ਮੌਤ ਹੋ ਗਈ ਹੈ। ਤੇ ਬਹੁਤ ਹੀ ਵੱਡੀ ਤੇ ਦੁਖਦਾਈ ਖਬਰ ਹੈ ਕਿ 100 ਲੋਕਾਂ ਨੂੰ, ਪ੍ਰਦਰਸ਼ਨਕਾਰੀਆਂ ਨੂੰ ਫੌਜੀਆਂ ਨੇ ਹੀ ਮਾਰ ਦਿੱਤਾ, ਉਹ ਵੀ ਫੌਜੀ ਡੇ ਦੇ ਮੌਕੇ। ਉਸ ਤੋਂ ਬਾਅਦ ਅਮਰੀਕਾ, ਬਰਤਾਨੀਆ ਤੇ ਯੂਰਪੀਅਨ ਯੂਨੀਅਨ ਦੇ ਅਧਿਕਾਰੀਆਂ ਨੇ ਮਿਆਂਮਾਰ ਦੇ ਵਿੱਚ ਕੱਲ੍ਹ ਹੋਈ ਹਿੰਸਾ ਦੀ ਨਿੰਦਿਆ ਕੀਤੀ ਹੈ। ਫਰਵਰੀ ਵਿੱਚ ਹੋਏ ਤਖਤਾ ਪਲਟ ਤੋਂ ਬਾਅਦ ਮਿਆਂਮਾਰ ਦੇ ਵਿੱਚ ਹਾਲੇ ਵੀ ਹਿੰਸਾ ਤੇ ਪ੍ਰਦਰਸ਼ਨ ਜਾਰੀ ਹੈ। ਅਮਰੀਕੀ ਦੂਤਵਾਸ ਦਾ ਕਹਿਣਾ ਹੈ ਕਿ ਸੁਰੱਖਿਆ ਬਲ ਨਿਹੱਥੇ ਆਮ ਨਾਗਰਿਕਾਂ ਨੂੰ ਮਾਰ ਰਹੇ ਨੇ। ਹਾਲਾਤ ਬਹੁਤ ਹੀ ਡਰਾਉਣੇ ਹੋ ਚੁੱਕੇ ਨੇ। ਜਦਕਿ ਫੌਜ ਦੇ ਮੁਖੀ ਮਿਨ ਆਂਗ ਲਾਇੰਗ ਨੇ ਕੱਲ੍ਹ ਹੀ ਨੈਸ਼ਨਲ ਟੈਲੀਵਿਜ਼ਨ ਤੇ
ਤੇ ਆਪਣਾ ਸੰਬੋਧਨ ਕਰਦਿਆਂ ਕਿਹਾ ਕਿ ਉਹ ਲੋਕਤੰਤਰ ਦੀ ਰੱਖਿਆ ਕਰਨਗੇ, ਯਾਨੀ ਕਿ ਫੌਜ ਹੈ ਜਿਹੜੀ म्यांमार ਦੇ ਵਿੱਚ ਉਹ ਲੋਕਤੰਤਰ ਦੀ ਰੱਖਿਆ ਕਰੇਗੀ। ਤੇ ਉਹਨਾਂ ਨੇ ਵਾਅਦਾ ਵੀ ਕੀਤਾ ਕਿ ਦੇਸ਼ ਦੇ ਵਿੱਚ ਅਸੀਂ ਚੋਣਾਂ ਕਰਵਾਵਾਂਗੇ, ਵੋਟਾਂ ਪਵਾਈਆਂ ਜਾਣਗੀਆਂ, ਪਰ ਚੋਣਾਂ ਕਦੋਂ ਕਰਵਾਈਆਂ ਜਾਣਗੀਆਂ ਇਸ ਬਾਰੇ ਫੌਜ ਮੁਖੀ ਮਿਨ ਆਨ ਲਾਇੰਗ ਨੇ ਕੁਝ ਨਹੀਂ ਕਿਹਾ। म्यांमार ਨੂੰ ਬਰਮਾ ਵੀ ਕਿਹਾ ਜਾਂਦਾ ਹੈ। ਇਹ ਦੇਸ਼ 1948 ਦੇ ਵਿੱਚ ਬਰਤਾਨੀਆ ਤੋਂ ਆਜ਼ਾਦ ਹੋਇਆ ਸੀ। ਉਸ ਤੋਂ ਬਾਅਦ ਜ਼ਿਆਦਾਤਰ ਇਹ ਫੌਜੀ ਸ਼ਾਸਨ ਦੇ ਅਧੀਨ ਹੀ ਰਿਹਾ ਹੈ। म्यांमार ਦੇ ਵਿੱਚ ਇਸੇ ਸਾਲ ਫਰਵਰੀ ਦੇ ਵਿੱਚ ਫੌਜ ਨੇ ਤਖਤਾ ਪਲਟ ਕਰ ਦਿੱਤਾ ਸੀ ਤੇ ਸੱਤਾ ਉੱਤੇ ਫੌਜ ਹੀ ਕਾਬਜ਼ ਹੋ ਗਈ ਹੈ। ਉਦੋਂ ਤੋਂ ਫੌਜ ਵਿਰੋਧੀ ਪ੍ਰਦਰਸ਼ਨਾਂ ਵਿੱਚ ਤਕਰੀਬਨ 400 ਲੋਕ ਮਾਰੇ ਜਾ ਚੁੱਕੇ ਨੇ। ਇੰਡੋਨੇਸ਼ੀਆ ਤੋਂ ਖਬਰ ਹੈ, ਜਿੱਥੇ ਸੁਲਾਵੇਸੀ ਟਾਪੂ ਤੇ ਅੱਜ ਰੋਮਨ ਕੈਥੋਲਿਕ ਗਿਰਜਾਘਰ ਦੇ ਬਾਹਰ ਫਿਦਾਇਨ ਹਮਲੇ ਦੇ ਵਿੱਚ ਕਈ ਲੋਕ ਜ਼ਖਮੀ ਹੋ ਗਏ। ਹਮਲੇ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਗਿਰਜਾਘਰ ਵਿੱਚ ਮੌਜੂਦ ਸਨ। ਗਿਰਜਾਘਰ ਦੇ ਦਰਵਾਜ਼ੇ ਤੇ ਸੜੇ ਹੋਏ ਮੋਟਰਸਾਈਕਲ ਦੇ ਨੇੜੇ ਲਾਸ਼ ਦੇ ਖਿੰਡੇ ਹੋਏ ਅੰਗ ਮਿਲੇ। ਮੋਟਰਸਾਈਕਲ ਤੇ ਵਿਅਕਤੀ ਆਏ ਤੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਇੱਕ ਨੇ ਆਪਣੇ ਆਪ ਨੂੰ ਹੀ ਉਡਾ ਦਿੱਤਾ। ਮਿਸਰ ਤੋਂ ਵੀ ਅਜਿਹੀ ਖਬਰ ਹੈ, ਜਿੱਥੇ ਰਾਜਧਾਨੀ ਕਾਹਿਰਾ ਦੇ ਵਿੱਚ ਕੱਲ੍ਹ ਤੜਕੇ 9 ਮੰਜ਼ਿਲਾ ਇੱਕ ਅਪਾਰਟਮੈਂਟ ਦੀ ਇਮਾਰਤ ਢਹਿਣ ਦੇ ਨਾਲ 18 ਲੋਕਾਂ ਦੀ ਮੌਤ ਹੋ ਗਈ ਤੇ 24 ਹੋਰ ਜ਼ਖਮੀ ਹੋ ਗਏ। ਕਾਹਿਰਾ ਸ਼ਾਸਨ ਦੇ ਪ੍ਰਸ਼ਾਸਨਿਕ ਮੁਖੀ ਖਾਲਿਦ ਅਬਦੁਲ ਅਲ ਨੇ ਦੱਸਿਆ ਕਿ ਬਚਾਅ ਕਰਮੀ ਅਲ ਸਲਾਮ ਦੇ ਵਿੱਚ ਇਮਾਰਤ ਦੇ ਮਲਬੇ 'ਚ ਫਸੇ ਲੋਕਾਂ ਦੀ ਭਾਲ ਕਰ ਰਹੇ ਨੇ। ਉਹਨਾਂ ਨੇ ਦੱਸਿਆ ਕਿ ਹਾਦਸੇ ਵਿੱਚ 40 ਹੋਰ ਲੋਕ ਜ਼ਖਮੀ ਹੋ ਗਏ ਨੇ, ਜਿਨ੍ਹਾਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਇੱਥੋਂ ਦੀ ਸਰਕਾਰ ਨੇ ਹਾਲ ਹੀ ਵਿੱਚ ਦੇਸ਼ ਭਰ ਵਿੱਚ ਗੈਰ ਕਾਨੂੰਨੀ ਨਿਰਮਾਣ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੈ ਤੇ ਉਲੰਘਣਾ ਕਰਨ ਵਾਲਿਆਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਸਰਕਾਰ ਨੇ ਕਈ ਮਾਮਲਿਆਂ ਵਿੱਚ ਇਮਾਰਤਾਂ ਨੂੰ ਢਾਉਣ ਦੀ ਕਾਰਵਾਈ ਵੀ ਸ਼ੁਰੂ ਕੀਤੀ ਹੈ। ਨਿਊਜ਼ੀਲੈਂਡ ਦੀ ਸਰਕਾਰ ਨੇ ਲੰਘੇ ਬੁੱਧਵਾਰ ਇੱਕ ਇਤਿਹਾਸਿਕ ਫੈਸਲਾ ਲਿਆ ਹੈ, ਜਿਸ ਦੀ ਖਬਰ ਦੇਣੀ ਬਹੁਤ ਜ਼ਰੂਰੀ ਹੈ। ਸਰਕਾਰ ਨੇ ਫੈਸਲਾ ਲੈਂਦਿਆਂ ਗਰਭਪਾਤ ਅਤੇ ਸਟਿਲ ਬਰਥ ਦੇ ਮੌਕੇ ਤੇ ਜੋੜੇ ਨੂੰ, ਯਾਨੀ ਕਿ ਪਤੀ ਪਤਨੀ ਦੋਵਾਂ ਨੂੰ 3 ਦਿਨ ਦੀ ਪੇਡ ਲੀਵ ਦੇਣ ਦੀ ਮਨਜ਼ੂਰੀ ਦਿੱਤੀ ਹੈ ਤੇ ਅਜਿਹਾ ਕਰਨ ਵਾਲਾ ਸ਼ਾਇਦ ਨਿਊਜ਼ੀਲੈਂਡ ਦੁਨੀਆ ਦਾ ਪਹਿਲਾ ਮੁਲਕ ਹੈ। ਨਿਊਜ਼ੀਲੈਂਡ ਦੇ ਵਿੱਚ ਇਸ ਬਿੱਲ ਨੂੰ ਪੇਸ਼ ਕਰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਗਰਭਪਾਤ ਕੋਈ ਬਿਮਾਰੀ ਨਹੀਂ ਹੈ ਜਿਸ ਦੇ ਲਈ ਸਿਕ ਲੀਵ ਲੈਣ ਦੀ ਜ਼ਰੂਰਤ ਪਵੇ, ਬਲਕਿ ਇਹ ਤਾਂ ਇੱਕ ਤਰ੍ਹਾਂ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਹੈ ਜਿਸ ਤੋਂ ਸੰਭਲਣ ਦਾ ਮੌਕਾ ਹਰ ਕਿਸੇ ਨੂੰ ਮਿਲਣਾ ਚਾਹੀਦਾ ਹੈ। ਇਸੇ ਕਰਕੇ ਨਿਊਜ਼ੀਲੈਂਡ ਸਰਕਾਰ ਨੇ ਜੋੜੇ ਦੇ ਲਈ ਮਿਸਕੈਰੇਜ ਲੀਵ ਦਾ ਪ੍ਰਬੰਧ ਕੀਤਾ ਹੈ। 3 ਦਿਨ ਦੀ ਪੇਡ ਲੀਵ, ਯਾਨੀ ਕਿ 3 ਦਿਨ ਦੀ ਉਹਨਾਂ ਨੂੰ ਛੁੱਟੀ ਮਿਲੇਗੀ ਤੇ ਉਹਨਾਂ ਨੂੰ ਪੈਸੇ ਵੀ ਮਿਲਣਗੇ। ਨਿਊਜ਼ੀਲੈਂਡ ਗਰਭਪਾਤ ਤੋਂ ਬਾਅਦ ਮਰਦ ਸਾਥੀ ਲਈ ਵੀ ਪੇਡ ਲੀਵ ਦੀ ਵਿਵਸਥਾ ਕਰਨ ਵਾਲਾ ਪਹਿਲਾ ਮੁਲਕ ਬਣ ਗਿਆ। ਇਹ ਪ੍ਰਬੰਧ ਸਟਿਲ ਬਰਥ ਦੇ ਮਾਮਲੇ ਵਿੱਚ ਵੀ ਲਾਗੂ ਰਹੇਗਾ। ਸਰੋਗੇਸੀ ਦੀ ਮਦਦ ਨਾਲ ਬੱਚਾ ਪੈਦਾ ਕਰਨ ਦੀ ਸੂਰਤ ਵਿੱਚ ਵੀ ਜੇ ਗਰਭਪਾਤ ਹੁੰਦਾ ਹੈ ਤਾਂ ਵੀ ਦੋਵਾਂ ਸਾਥੀਆਂ ਤੇ ਇਸ ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਵਿਚਾਰੀ ਜਾ ਰਹੀ ਹੈ। ਸਟਿਲ ਬਰਥ ਦਾ ਮਤਲਬ ਹੁੰਦਾ ਹੈ ਕਿ ਜਦੋਂ ਬੱਚੇ ਦਾ ਜਨਮ ਤਾਂ ਹੋਇਆ ਹੈ ਪਰ ਉਸ ਦੇ ਵਿੱਚ ਜਾਨ ਪ੍ਰਾਣ ਮੌਜੂਦ ਨਹੀਂ ਸਨ, ਯਾਨੀ ਕਿ ਮ੍ਰਿਤ ਬੱਚਾ ਪੈਦਾ ਹੋਇਆ। ਇਸ ਨੂੰ ਬੱਚੇ ਦਾ ਪੈਦਾ ਹੋਣਾ ਹੀ ਮੰਨਿਆ ਜਾਂਦਾ ਹੈ ਤੇ ਇਸ ਨੂੰ ਡਿਲੀਵਰੀ ਦੀ ਸ਼੍ਰੇਣੀ ਵਿੱਚ ਹੀ ਰੱਖਿਆ ਗਿਆ ਹੈ। ਤੇ ਭਾਰਤ ਦੀ ਜੇ ਗੱਲ ਕਰ ਲਈਏ ਤਾਂ ਇੱਥੇ ਗਰਭਪਾਤ ਲਈ ਵੱਖਰੇ ਤੌਰ ਤੇ ਮਿਸਕੈਰੇਜ ਲੀਵ ਦਾ ਪ੍ਰਬੰਧ ਤਾਂ ਹੈ, ਪਰ ਪਤੀ ਦੇ ਲਈ ਕੋਈ ਵਿਵਸਥਾ ਨਹੀਂ ਹੈ। ਭਾਰਤ ਦੇ ਜਣੇਪਾ ਲਾਭ ਐਕਟ 1961 ਦੇ ਤਹਿਤ ਗਰਭਪਾਤ ਤੋਂ ਬਾਅਦ ਤਨਖਾਹ ਸਮੇਤ 6 ਹਫ਼ਤਿਆਂ ਦੀ ਛੁੱਟੀ ਦੇਣੀ ਲਾਜ਼ਮੀ ਹੈ। ਔਰਤ 6 ਹਫ਼ਤਿਆਂ ਲਈ ਆਪਣੇ ਕੰਮ ਤੇ ਵਾਪਸ ਨਹੀਂ ਆ ਸਕਦੀ ਤੇ ਨਾ ਹੀ ਕੰਪਨੀ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕਰ ਸਕਦੀ ਹੈ। ਇਸ ਲਈ ਉਸ ਔਰਤ ਨੂੰ ਡਾਕਟਰੀ ਸਰਟੀਫਿਕੇਟ ਵਿਖਾਉਣ ਦੀ ਜ਼ਰੂਰਤ ਜ਼ਰੂਰ ਹੋਵੇਗੀ। ਇਸ ਕਾਨੂੰਨ ਨੂੰ ਹਾਲਾਂਕਿ 2017 ਵਿੱਚ ਸੋਧ ਦਿੱਤਾ ਗਿਆ, ਪਰ ਗਰਭਪਾਤ ਨਾਲ ਜੁੜੀ ਵਿਵਸਥਾ ਹਾਲੇ ਵੀ ਮੌਜੂਦ ਹੈ। ਅਮਰੀਕਾ ਤੋਂ ਖਬਰ ਹੈ, ਜਿੱਥੇ ਇੱਕ ਪ੍ਰਭਾਵਸ਼ਾਲੀ ਸੰਸਦ ਮੈਂਬਰ ਨੇ ਅਟਲਾਂਟਾ ਦੇ ਵਿੱਚ ਭਾਰਤ ਦੀ ਕੌਂਸਲ ਜਨਰਲ ਸਵਾਤੀ ਕੁਲਕਰਨੀ ਨਾਲ ਮੁਲਾਕਾਤ ਕੀਤੀ ਤੇ ਇਸ ਗੱਲ ਤੇ ਚਰਚਾ ਕੀਤੀ ਕਿ ਕਿਸ ਤਰ੍ਹਾਂ ਭਾਰਤ ਨਾਲ ਵਪਾਰਿਕ ਸੰਬੰਧਾਂ ਰਾਹੀਂ ਸਥਾਨਿਕ ਅਰਥਚਾਰੇ ਦੇ ਵਿਕਾਸ ਵਿੱਚ ਮਦਦ ਮਿਲ ਸਕਦੀ ਹੈ। ਉਹਨਾਂ ਨੇ ਦੱਖਣੀ ਕੈਰੋਲੀਨਾ ਵਿੱਚ ਅੰਤਰਦੇਸ਼ੀ ਬੰਦਰਗਾਹ ਡਿਲਨ ਰਾਹੀਂ ਕਾਰੋਬਾਰ ਬਾਰੇ ਵਿਸ਼ੇਸ਼ ਤੌਰ ਤੇ ਚਰਚਾ ਕੀਤੀ। ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਟੌਮ ਰਾਈਸ ਨੇ ਕੁਲਕਰਨੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਅੰਤਰਦੇਸ਼ੀ ਬੰਦਰਗਾਹ ਡਿਲਨ ਨੇ ਅਜਿਹੇ ਭਾਈਚਾਰੇ ਨੂੰ ਖੁਸ਼ਹਾਲ ਕਰਨ ਦੇ ਵਿੱਚ ਮਦਦ ਕੀਤੀ ਹੈ। ਅਗਲੀ ਖਬਰ ਹੈ ਕਿ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨਾਂ ਦੇ ਮੁਖੀ ਤੇ ਉੱਚ ਅਧਿਕਾਰੀਆਂ ਨੇ ਸ਼ਾਂਤੀ ਦੂਤਾਂ ਦੇ ਲਈ ਉਪਲਬਧ ਕਰਵਾਏ ਗਏ 2 ਲੱਖ ਕੋਵਿਡ ਟੀਕਿਆਂ ਦੇ ਲਈ ਭਾਰਤ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਇਹ ਦਾਨ ਸ਼ਾਂਤੀ ਦੂਤਾਂ ਨੂੰ ਆਪਣਾ ਕੰਮ ਹੋਰ ਸੁਰੱਖਿਅਤ ਢੰਗ ਨਾਲ ਕਰਨ ਵਿੱਚ ਮਦਦ ਕਰੇਗਾ। ਇਹ ਟੀਕੇ ਤੜਕੇ ਮੁੰਬਈ ਤੋਂ ਰਵਾਨਾ ਕੀਤੇ ਗਏ ਜੋ ਕੋਪਨਹੈਗਨ ਡੈਨਮਾਰਕ ਪਹੁੰਚਣਗੇ, ਜਿਸ ਮਗਰੋਂ ਇਹਨਾਂ ਨੂੰ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਮਿਸ਼ਨਾਂ ਵਿੱਚ ਵੰਡ ਦਿੱਤਾ ਜਾਏਗਾ। ਯਾਨੀ ਕਿ ਭਾਰਤ ਨੇ ਸੰਯੁਕਤ ਰਾਸ਼ਟਰ ਨੂੰ 2 ਲੱਖ ਕੋਵਿਡ ਦੇ ਟੀਕੇ ਦਾਨ ਕੀਤੇ ਨੇ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।